ਜਦੋਂ ਆਪਾਂ ਯੂਪੀਐਸਸੀ ਦੇ ਕਿਸੇ ਵੀ ਕੁਐਸਚਨ ਨੂੰ ਇੱਕ ਆਈਸੋਲੇਟਡ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਕੁਐਸਚਨ ਦਾ ਤੇ ਕਈ ਵਾਰ ਸਾਇੰਸ ਐਂਡ ਟੈਕਨੋਲੋਜੀਕਲ ਡਿਵੈਲਪਮੈਂਟ ਕਰਦੇ ਆਪਾਂ এনवायरमेंट ਨੂੰ ਖਰਾਬ ਕਰ ਲੈਂਦੇ ਹਾਂ। ਇਸ ਲਈ ਪੇਪਰ 3 ਦੇ ਵਿੱਚ ਪੜ੍ਹ ਤਾਂ ਬਹੁਤ ਲਿਆ ਹੁੰਦਾ ਪਰ ਹੱਥ ਨਹੀਂ ਚੱਲ ਰਿਹਾ ਹੁੰਦਾ। ਇੱਕ ਸਮਾਲ ਟਿਪਸ ਅੱਜ ਤੁਹਾਨੂੰ ਦੇ ਕੇ ਜਾ ਰਹੇ ਹਾਂ। ਜੇ ਕੁਐਸਚਨ ਥਰਡ ਪਾਰਟ ਆ ਜਾਂਦਾ ਐਨਾਲਾਈਜ਼ ਜਾਂ ਕ੍ਰਿਟੀਕਲੀ ਐਨਾਲਾਈਜ਼, ਅੱਜ ਕੱਲ੍ਹ ਕਾਫੀ ਕੁਐਸਚਨ ਇਸ ਦੇ ਮੁਤਾਬਿਕ ਆ ਰਹੇ ਨੇ। ਐਨਾਲਾਈਜ਼ ਸ਼ਬਦ ਦਾ ਮਤਲਬ ਹੈ ਦੋਸਤੋ ਕੋਈ ਵੀ ਪੇਪਰ ਕੋਈ ਵੀ ਕੁਐਸਚਨ ਤੁਸੀਂ ਦੇਖੋਗੇ ਅੱਜ ਤੋਂ ਬਾਅਦ ਇੱਕ ਗੱਲ ਯਾਦ ਰੱਖਿਓ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲక్ష్మణ ਸਿੰਘ ਮਲੂਕਾ ਤੇ ਮੈਂ ਮਲੂਕਾ ਆਈਐਸ ਕੋਚਿੰਗ ਇੰਸਟੀਚਿਊਟ ਦਾ ਡਾਇਰੈਕਟਰ ਹਾਂ। ਪਿਛਲੇ 7 ਸਾਲਾਂ ਤੋਂ ਹਜ਼ਾਰਾਂ ਬੱਚਿਆਂ ਨੂੰ ਗਾਈਡ ਕੀਤਾ ਹੈ ਤੇ ਪਤਾ ਨਹੀਂ ਕਿੰਨੇ ਸੌ ਬੱਚੇ ਆਈਐਸ ਤੇ ਆਈਪੀਐਸ ਕਲੀਅਰ ਕਰ ਚੁੱਕੇ। ਰੈਂਕ 4, ਰੈਂਕ 6, ਰੈਂਕ 8, ਰੈਂਕ 18, ਰੈਂਕ 24, ਰੈਂਕ 25। ਅੱਜ ਇਸ ਜੋਸ਼ ਟਾਕ ਦੇ ਪਲੇਟਫਾਰਮ ਦੇ ਥਰੂ ਤੁਹਾਨੂੰ ਮੇਨਸ ਦੇ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਨ ਲੱਗੇ ਹਾਂ। ਜਦੋਂ ਮੇਨਸ ਦੀ ਗੱਲ ਕਰਦੇ ਹਾਂ ਦੋਸਤੋ ਤਾਂ ਮੇਨਸ ਦੇ ਵਿੱਚ 4 ਪੇਪਰ ਆ ਜਾਂਦੇ ਨੇ। ਮੇਨ ਪੇਪਰ ਜਦੋਂ ਜੀਐਸ ਦੀ ਗੱਲ ਕੀਤੀ ਜਾਂਦੀ ਹੈ, ਪੇਪਰ 1, ਪੇਪਰ 2, ਪੇਪਰ 3, ਪੇਪਰ 4। ਪੇਪਰ 1 ਦਾ ਸਿਲੇਬਸ ਆਪਾਂ ਦੇਖੀਏ। ਅੱਜ ਆਪਾਂ ਗੱਲ ਕਰਾਂਗੇ ਪੂਰੇ ਦੇ ਪੂਰੇ ਜੀਐਸ ਦੇ ਸਿਲੇਬਸ ਦੀ ਤੇ ਐਸਏ ਦੇ ਨਾਲ ਹੀ। ਪੇਪਰ 1 ਦਾ ਜਦੋਂ ਸਿਲੇਬਸ ਦੇਖਦੇ ਹਾਂ ਉਸ ਵਿੱਚ ਆ ਜਾਂਦੀ ਹੈ ਹਿਸਟਰੀ ਆ ਜਾਂਦੀ ਹੈ, ਜੋਗਰਾਫੀ ਆ ਜਾਂਦੀ ਹੈ ਤੇ ਸੋਸਾਇਟੀ ਆ ਜਾਂਦੀ ਹੈ। ਪੇਪਰ 2 ਦੇ ਵਿੱਚ ਪੋਲਿਟੀ, ਗਵਰਨੈਂਸ, ਇੰਟਰਨੈਸ਼ਨਲ ਰਿਲੇਸ਼ਨ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ। ਪੇਪਰ 3 ਦੇ ਵਿੱਚ ਇਕਨੋਮਿਕਸ ਆ ਜਾਊਗਾ, ਸਾਇੰਸ ਐਂਡ ਟੈਕਨੋਲੋਜੀਕਲ ਡਿਵੈਲਪਮੈਂਟਸ ਆ ਜਾਣਗੀਆਂ, ਡਿਜ਼ਾਸਟਰ ਮੈਨੇਜਮੈਂਟ ਹੈ, ਇੰਟਰਨਲ ਸਿਕਿਉਰਿਟੀ ਆ ਜਾਂਦਾ ਖਾਸ ਕਰਕੇ। ਪੇਪਰ 4 ਦੇ ਵਿੱਚ ਐਥਿਕਸ ਹੈ। ਫਰੈਂਡਸ, ਜਦੋਂ ਆਪਾਂ ਯੂਪੀਐਸਸੀ ਦੇ ਕਿਸੇ ਵੀ ਕੁਐਸਚਨ ਨੂੰ ਇੱਕ ਆਈਸੋਲੇਟਡ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਕੁਐਸਚਨ ਦਾ ਐਸੈਂਸ, ਉਸ ਕੁਐਸਚਨ ਦੀ ਰੂਹ ਨੂੰ ਖਤਮ ਕਰ ਦਿੰਦੇ ਹਾਂ, ਕਿਉਂਕਿ ਸਿਲੇਬਸ ਹੀ ਇੰਟਰਲਿੰਕਡ ਹੈ। ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਹਿਸਟਰੀ ਹੈ ਕਿਸੇ ਜਗ੍ਹਾ ਦੀ, ਹਿਸਟਰੀ ਤਾਂ ਹੀ ਬਣ ਸਕੂਗੀ ਜੇ ਪੇਪਰ 1 ਦੇ ਵਿੱਚ ਕਿਸੇ ਚੀਜ਼ ਦੀ ਜੋਗਰਾਫੀ ਹੈ। ਜਦੋਂ ਜੋਗਰਾਫੀ ਹੈ ਤਾਂ ਉੱਥੇ ਲੋਕ ਡੈਫੀਨੇਟਲੀ ਰਹਿ ਹੀ ਰਹੇ ਹੋਣਗੇ। ਤਾਂ ਪੇਪਰ 1 ਦਾ ਜਦੋਂ ਵੀ ਆਨਸਰ ਲਿਖਣਾ ਹੈ, ਹਿਸਟਰੀ ਇਨਫਲੂਐਂਸ ਕਰੂਗੀ ਤੁਹਾਡੀ ਜੋਗਰਾਫੀ ਨੂੰ ਤਾਂ ਜੋਗਰਾਫੀ ਇਨਫਲੂਐਂਸ ਕਰੂਗੀ ਤੁਹਾਡੀ ਹਿਸਟਰੀ ਨੂੰ। ਜਦੋਂ ਆਪਸ 'ਚ ਇੱਕ ਦੂਜੇ ਨੂੰ ਇਨਫਲੂਐਂਸ ਕਰਨਗੇ ਤਾਂ ਇਨਫਲੂਐਂਸ ਕਰਨਗੇ ਕਿਸ ਨੂੰ? ਕਾਮਨ ਪਬਲਿਕ ਨੂੰ, ਸੋਸਾਇਟੀ ਨੂੰ। ਦੇਅਰਫੋਰ ਜਦੋਂ ਵੀ ਆਨਸਰ ਲਿਖੋਗੇ ਇੰਟਰਲਿੰਕ ਕਰਕੇ ਲਿਖੋਗੇ। ਹੁਣ ਆਪਾਂ ਸਿਰਫ ਇੰਟਰਲਿੰਕੇਜਸ ਪੇਪਰ 1 ਤੱਕ ਸੀਮਤ ਨਹੀਂ ਰੱਖਣੇ, ਇੰਟਰਲਿੰਕੇਜਸ ਪੇਪਰ 2, ਪੇਪਰ 3 ਤੇ ਪੇਪਰ 4 ਤੱਕ ਵੀ ਲੈ ਕੇ ਜਾਣੇ। ਐਗਜ਼ਾਮਪਲ ਲਓ, ਜਦੋਂ ਹਿਸਟਰੀ ਆ ਗਈ, ਜੋਗਰਾਫੀ ਆ ਗਈ ਤੇ ਨਾਲ ਹੀ ਸੋਸਾਇਟੀ ਆ ਗਈ, ਯਾਰ ਕੁਛ ਨਾ ਕੁਛ ਤਾਂ ਪ੍ਰੋਬਲਮਸ ਵੀ ਹੋਣਗੀਆਂ ਨਾ। ਉਸ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ ਪੇਪਰ 2 ਦੇ ਵਿੱਚ ਪੋਲਿਟੀ ਪਾਈ ਗਈ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਕੰਟਰੋਲ ਕੀਤਾ ਜਾ ਸਕੇ, ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾ ਸਕੇ। ਲਾਅ ਐਂਡ ਆਰਡਰ ਜਦੋਂ ਮੇਨਟੇਨ ਕਰਨ ਦੀ ਗੱਲ ਆਉਂਦੀ ਹੈ, ਸਿਰਫ ਸਰਕਾਰ ਦਾ ਕੰਮ ਨਹੀਂ ਹੈ, ਸਮਾਜ ਦਾ ਵੀ ਕੰਮ ਹੈ। ਇਸ ਦੇ ਨਾਲ ਹੀ ਪੋਲਿਟੀ ਦੇ ਨਾਲ ਇੱਕ ਹੋਰ ਸੈਕਸ਼ਨ ਰੱਖਿਆ ਗਿਆ ਗਵਰਨੈਂਸ ਦਾ। ਕੋਈ ਵੀ ਦੇਸ਼ ਇੰਡੀਪੈਂਡੈਂਟਲੀ ਕੰਮ ਨਹੀਂ ਕਰ ਸਕਦਾ, ਇਸ ਲਈ ਹੋਰ ਦੇਸ਼ਾਂ ਦੇ ਨਾਲ ਗੱਲਬਾਤ ਕਰਨੀ ਪੈਂਦੀ ਹੈ। ਇਸ ਲਈ ਇੰਟਰਨੈਸ਼ਨਲ ਰਿਲੇਸ਼ਨਸ। ਕਈ ਵਾਰ ਗੱਲਬਾਤ ਕਰਨ ਦੇ ਬਾਵਜੂਦ ਵੀ ਕਿਸੇ ਗੱਲ ਦਾ ਹੱਲ ਨਹੀਂ ਨਿਕਲਦਾ, ਜਿਵੇਂ ਵਰਲਡ ਵਾਰ 1 ਹੋਈ, ਵਰਲਡ ਵਾਰ 2 ਹੋਈ, ਅੱਗੇ ਤੋਂ ਵਰਲਡ ਵਾਰ 3 ਨਾ ਹੋ ਸਕੇ ਤਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਬਣਾਈਆਂ ਗਈਆਂ ਨੇ। ਇਸ ਕਰਕੇ ਪੇਪਰ 1, ਪੇਪਰ 2 ਪੂਰਾ ਇੰਟਰਲਿੰਕਡ ਹੈ। ਜਦੋਂ ਪੋਲਿਟੀ ਆ ਗਈ, ਸੋਸਾਇਟੀ ਆ ਚੁੱਕੀ, ਹੁਣ ਆਪਾਂ ਹਰ ਕੋਈ ਗਰੋਥ ਦੀ ਗੱਲ ਕਰਦਾ ਤਾਂ ਆਟੋਮੈਟਿਕਲੀ ਜੇ ਪੋਲਿਟੀ ਹੈ, ਸੋਸਾਇਟੀ ਹੈ, ਇਕਨੋਮੀ ਦੀ ਗੱਲ ਆ ਹੀ ਆਊਗੀ। ਕਦੇ ਗਰੋਥ ਹੋ ਰਹੀ ਹੈ, ਕਦੇ ਡਿਕਲਾਈਨ ਹੋ ਰਿਹਾ, ਪੈਸਿਆਂ ਦਾ ਕੰਮ ਹੋ ਰਿਹਾ। ਜਦੋਂ ਪੈਸਿਆਂ ਦੇ ਪਿੱਛੇ ਕੁਝ ਲੋਕ ਬਹੁਤ ਮਟੀਰੀਅਲਿਸਟਿਕ ਹੋ ਜਾਣਗੇ, ਸਾਇੰਸ ਐਂਡ ਟੈਕਨੋਲੋਜੀਕਲ ਡਿਵੈਲਪਮੈਂਟਸ ਵੀ ਆਉਣਗੀਆਂ ਤੇ ਕਈ ਵਾਰ ਸਾਇੰਸ ਐਂਡ ਟੈਕਨੋਲੋਜੀਕਲ ਡਿਵੈਲਪਮੈਂਟ ਕਰਦੇ ਆਪਾਂ এনवायरमेंट ਨੂੰ ਖਰਾਬ ਕਰ ਲੈਂਦੇ। ਇਸ ਲਈ ਪੇਪਰ 3 ਦੇ ਵਿੱਚ এনवायरमेंट ਦਾ ਸਿਲੇਬਸ ਵੀ ਪਾਇਆ ਗਿਆ ਹੈ। ਕਈ ਵਾਰ ਆਪਦੇ ਸਮਾਜ ਦੇ ਵਿੱਚ ਵੀ ਕੁਝ ਅਜਿਹੇ ਲੋਕ ਆ ਜਾਂਦੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ। ਇਸ ਕਰਕੇ ਡਿਜ਼ਾਸਟਰ ਮੈਨੇਜਮੈਂਟ ਤੇ ਇੰਟਰਨਲ ਸਿਕਿਉਰਿਟੀ ਦਾ ਸਿਲੇਬਸ ਪੇਪਰ 3 ਦੇ ਵਿੱਚ ਪਾਇਆ ਗਿਆ। ਪੇਪਰ 1, ਪੇਪਰ 2, ਪੇਪਰ 3 ਆਲ ਇੰਟਰਲਿੰਕਡ ਹੈ ਬਹੁਤ ਕਲੋਜ਼ਲੀ। ਤੇ ਨਾਲ ਹੀ ਨਾਲ ਸਰਕਾਰ ਨੇ ਕਿਵੇਂ ਕੰਮ ਕਰਨਾ ਹੈ, ਲੋਕਾਂ ਨੇ ਕਿਵੇਂ ਕੰਮ ਕਰਨਾ ਹੈ, ਇੰਡਸਟਰੀ ਨੇ ਕਿਵੇਂ ਕੰਮ ਕਰਨਾ ਹੈ, ਕਾਰਪੋਰੇਟ ਸੈਕਟਰ ਨੇ ਕਿਵੇਂ ਕੰਮ ਕਰਨਾ ਹੈ, ਐਡਮਿਨਿਸਟ੍ਰੇਸ਼ਨ ਨੇ ਕਿਵੇਂ ਕੰਮ ਕਰਨਾ ਹੈ। ਜਦੋਂ ਕੰਮ ਕਰਾਂਗੇ ਆਪਣੀ ਐਥਿਕਸ, ਆਪਣੀ ਮੋਰੈਲਿਟੀ, ਆਪਣੀ ਇੰਪਾਰਸ਼ੀਅਲਿਟੀ ਇਨਵੋਲਵ ਹੋਣੀ ਚਾਹੀਦੀ ਹੈ। ਇਸ ਕਰਕੇ ਪੇਪਰ 4 ਐਥਿਕਸ ਦਾ ਰੱਖਿਆ ਗਿਆ ਹੈ। ਦੋਸਤੋ ਕੋਈ ਵੀ ਪੇਪਰ, ਕੋਈ ਵੀ ਕੁਐਸਚਨ ਤੁਸੀਂ ਦੇਖੋਗੇ ਅੱਜ ਤੋਂ ਬਾਅਦ, ਇੱਕ ਗੱਲ ਯਾਦ ਰੱਖਿਓ, ਇਟ ਇਜ਼ ਨਾਟ ਇੰਪੋਰਟੈਂਟ ਤੁਹਾਨੂੰ ਆਉਂਦਾ ਕਿੰਨਾ ਹੈ, ਤੁਸੀਂ ਉਸ ਆਨਸਰ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਵੀਵ ਕਰ ਸਕਦੇ ਹੋ। ਪੇਪਰ 1, ਪੇਪਰ 2, ਪੇਪਰ 3 ਤੇ ਪੇਪਰ 4 ਨੂੰ ਇੰਟਰਲਿੰਕ ਕਿਸ ਤਰੀਕੇ ਨਾਲ ਕਰ ਸਕਦੇ ਹੋ, ਉਹ ਤੁਹਾਨੂੰ ਬਹੁਤ ਹੀ ਵਧੀਆ ਮਾਰਕਸ ਦੇਣਗੇ। ਐਗਜ਼ਾਮਪਲ ਦਿੰਦਾ, ਇੱਕ ਕੁਐਸਚਨ ਆ ਗਿਆ ਸੀ ਬੈਟਲ ਆਫ ਪਾਣੀਪਤ ਦੇ ਵਿੱਚ ਹੀ ਕਿਉਂ ਹੋਈ ਹੈ, ਤੇ ਮੈਜੋਰਿਟੀ ਸਟੂਡੈਂਟਸ ਨੂੰ ਨਹੀਂ ਆਉਂਦਾ ਸੀ। ਤੇ ਜ਼ਰੂਰੀ ਨਹੀਂ ਕਿ ਆਊਗਾ ਵੀ ਯਾਰ, ਬਹੁਤ ਸਾਰੇ ਇਹੋ ਜਿਹੇ ਕੁਐਸਚਨ ਹੋਣਗੇ ਜਿਹੜੇ ਨਹੀਂ ਆਉਣਗੇ ਤੇ ਮੌਕੇ ਦੇ ਉੱਤੇ ਤੁਹਾਨੂੰ ਕੁਐਸਚਨ ਸੋਲਵ ਕਰਨੇ ਪੈਣਗੇ। ਪਰ ਆਪਾਂ ਨੂੰ ਸਿਲੇਬਸ ਤਾਂ ਪਤਾ ਨਾ, ਹਿਸਟਰੀ, ਜੋਗਰਾਫੀ, ਪੋਲਿਟੀ, ਇਕਨੋਮੀ, ਉਹ ਹਿਸਟੋਰੀਕਲੀ ਇੰਪੋਰਟੈਂਟ ਸੀ, ਉਹ ਪਲੇਸ ਜੋਗਰਾਫਿਕਲੀ ਇੰਪੋਰਟੈਂਟ ਸੀ, ਉਹ ਪਲੇਸ ਪੋਲੀਟੀਕਲੀ ਇੰਪੋਰਟੈਂਟ ਸੀ, ਉਹ ਪਲੇਸ ਇਕਨੋਮਿਕਲੀ ਇੰਪੋਰਟੈਂਟ ਸੀ, ਉਹ ਪਲੇਸ ਸਟ੍ਰੈਟੇਜਿਕਲੀ ਇੰਪੋਰਟੈਂਟ ਸੀ। ਯਾਰ ਇੰਨਾ ਹੀ ਲਿਖ ਦਿੰਦੇ, 2-3 ਨੰਬਰ ਤਾਂ ਆ ਹੀ ਜਾਂਦੇ ਨਾ।
ਇਟਸ ਵੈਰੀ ਇੰਪੋਰਟੈਂਟ ਹਾਊ ਯੂ ਹੈਵ ਅ ਲੁੱਕ ਐਟ ਯੋਰ ਆਨਸਰ। ਤੁਸੀਂ ਕਿਸ ਤਰੀਕੇ ਨਾਲ ਆਪਦੇ ਆਨਸਰ ਲਿਖ ਰਹੇ ਹੋ, ਉਹ ਬਹੁਤ ਹੀ ਜ਼ਿਆਦਾ ਮਾਇਨੇ ਕਰਦਾ ਹੈ। ਕੋਸ਼ਿਸ਼ ਕਰੋ, ਕੁਐਸਚਨ ਕਿਵੇਂ ਆ ਸਕਦੇ ਨੇ? ਇੱਕ ਡਿਸਕਸ ਫਾਰਮੈਟ ਦੇ ਵਿੱਚ ਆ ਸਕਦਾ ਹੈ, ਇੱਕ ਕਮੈਂਟ ਫਾਰਮੈਟ ਦੇ ਵਿੱਚ ਆ ਸਕਦਾ ਹੈ, ਕ੍ਰਿਟੀਕਲੀ ਕਮੈਂਟ 'ਚ ਆ ਸਕਦਾ ਹੈ, ਇੱਕ ਐਨਾਲਾਈਜ਼ ਆ ਸਕਦਾ ਜਾਂ ਕ੍ਰਿਟੀਕਲੀ ਐਨਾਲਾਈਜ਼ ਆ ਸਕਦਾ। ਮੇਜਰ ਪ੍ਰੋਬਲਮ ਸਟੂਡੈਂਟ ਨੂੰ ਇਹ ਆਉਂਦੀ ਹੈ ਕਿ ਕੁਐਸਚਨ ਸ਼ੁਰੂ ਕਿਵੇਂ ਕਰਨਾ ਹੈ। ਪੜ੍ਹ ਤਾਂ ਬਹੁਤ ਲਿਆ ਹੁੰਦਾ ਹੈ, ਪਰ ਹੱਥ ਨਹੀਂ ਚੱਲ ਰਿਹਾ ਹੁੰਦਾ। ਇੱਕ ਸਮਾਲ ਟਿਪਸ ਅੱਜ ਤੁਹਾਨੂੰ ਦੇ ਕੇ ਜਾ ਰਹੇ ਹਾਂ। ਜੇ ਕੁਐਸਚਨ ਡਿਸਕਸ ਵਾਲਾ ਆਊਗਾ ਤਾਂ ਕੋਸ਼ਿਸ਼ ਕਰਿਓ ਹਿਸਟੋਰੀਕਲ ਬੈਕਗਰਾਊਂਡ ਜਾਂ ਕਿਸੇ ਰਿਪੋਰਟ ਤੋਂ ਸ਼ੁਰੂ ਕਰੋ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸੂਗਾ। ਜੇ ਕੁਐਸਚਨ ਕਮੈਂਟ ਵਾਲਾ ਆਊਗਾ ਤਾਂ ਕੋਸ਼ਿਸ਼ ਕਰਿਓ ਰਿਪੋਰਟ ਤੋਂ ਸ਼ੁਰੂ ਕਰਿਓ। ਜੇ ਕੁਐਸਚਨ ਐਨਾਲਾਈਜ਼ ਵਾਲਾ ਆਊਗਾ ਤਾਂ ਕੁਐਸਚਨ ਕਰਿਓ ਰਿਪੋਰਟ ਦੇ ਨਾਲ ਨਾਲ ਕੋਈ ਐਗਜ਼ਾਮਪਲ ਵੀ ਦਿਓ। ਫॉर एग्जांपल ਪਿਛਲੇ 15 ਸਾਲ ਬਾਰੇ ਮਨਰੇਗਾ ਦੇ ਪ੍ਰੋਗਰਾਮ ਬਾਰੇ ਦੱਸੋ। ਕੁਐਸਚਨ ਦੇ ਪਿੱਛੇ ਕਮੈਂਟ ਹੈ, ਕੁਐਸਚਨ ਦੇ ਪਿੱਛੇ ਡਿਸਕਸ ਹੈ ਤੇ ਕੁਐਸਚਨ ਦੇ ਵਿੱਚ ਐਨਾਲਾਈਜ਼ ਹੈ। ਸਿਰਫ ਇੱਕ ਸ਼ਬਦ ਦੇ ਬਦਲਣ ਦੇ ਨਾਲ ਪੂਰੇ ਕੁਐਸਚਨ ਦੀ ਡਿਮਾਂਡ ਬਦਲ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਜੋ ਤੁਹਾਨੂੰ ਆਉਂਦਾ ਉਹੀ ਲਿਖੋਗੇ। ਜੇ ਆਪਦੀ ਮਰਜ਼ੀ ਨਾਲ ਲਿਖੋਗੇ ਤਾਂ ਐਗਜ਼ਾਮਨਰ ਆਪਦੀ ਮਰਜ਼ੀ ਨਾਲ ਨੰਬਰ ਵੀ ਦੇਊਗਾ। ਇਸ ਚੀਜ਼ ਨੂੰ ਯਾਦ ਰੱਖਿਓ। ਜੇ ਡਿਸਕਸ ਵਾਲਾ ਕੁਐਸਚਨ ਆਇਆ, ਫॉर एग्जांपल ਆਪਾਂ ਮਨਰੇਗਾ ਇੱਕ ਸਿੰਪਲ ਕੁਐਸਚਨ ਹੈ, ਤੁਸੀਂ ਇਹਨੂੰ ਰੈਪਲੀਕੇਟ ਪੇਪਰ 1 2 3 4 ਕਿਤੇ ਵੀ ਕਰ ਸਕਦੇ ਹੋ। ਮਨਰੇਗਾ ਬਾਰੇ ਕੁਐਸਚਨ ਆ ਗਿਆ, ਜੇ ਡਿਸਕਸ ਹੈ ਤੁਸੀਂ ਕਹਿ ਸਕਦੇ ਹੋ ਇੱਕ ਇਹੋ ਜਿਹਾ ਪ੍ਰੋਗਰਾਮ ਸੀ ਜਿਹੜਾ 2005 ਦੇ ਵਿੱਚ ਸ਼ੁਰੂ ਕੀਤਾ ਗਿਆ। ਸਰਕਾਰ 100 ਡੇਜ਼ ਆਫ ਇੰਪਲੋਇਮੈਂਟ ਦੇ ਰਹੀ ਹੈ ਤੇ ਆਪਦੇ ਪੂਰੇ ਦਾ ਪੂਰਾ ਕਰੋਗੇ। ਤੇ ਲਾਸਟ ਦੇ ਵਿੱਚ ਬੋਡੀ ਪਾਰਟ ਵਿੱਚ ਲਿਖੋਗੇ ਪੁਆਇੰਟਸ ਤੇ ਲਾਸਟ ਕਨਕਲੂਜਨ ਕੀ ਲਿਖੋਗੇ? ਇੱਕ ਇਹੋ ਜਿਹਾ ਪ੍ਰੋਗਰਾਮ ਸੀ ਜਿਹਨੇ ਫੰਡਾਮੈਂਟਲ ਟਰਾਂਸਫਾਰਮੇਸ਼ਨ ਲੈ ਕੇ ਆਇਆ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੇ ਨਾਲ ਹੀ ਨਾਲ ਨੈਸ਼ਨਲ ਐਸੈਟਸ ਵੀ ਕ੍ਰੀਏਟ ਕੀਤੇ। ਔਰ ਜੋ ਡਿਸਕਸ ਵਾਲੇ ਦਾ ਕਨਕਲੂਜਨ ਹੈ ਉਹ ਕਮੈਂਟ ਵਾਲੇ ਦੀ ਇੰਟਰੋਡਕਸ਼ਨ ਹੋ ਜਾਂਦੀ ਹੈ ਜਾਂ ਇੱਕ ਰਿਪੋਰਟ ਤੋਂ ਤੁਸੀਂ ਆਨਸਰ ਸ਼ੁਰੂ ਕਰ ਸਕਦੇ ਹੋ। ਕਮੈਂਟ ਕ੍ਰਿਟੀਕਲੀ ਕਮੈਂਟ ਕਿਤੇ ਨਹੀਂ ਲਿਖਿਆ ਹੋਇਆ ਯਾਰ 50-50 ਆਊਗਾ ਪੋਜ਼ਿਟਿਵ ਨੈਗੇਟਿਵ, 60-40 ਆਊਗਾ, 40-60 ਆਊਗਾ, 30-70 ਆਊਗਾ ਜਾਂ ਵਾਈਸ ਵਰਸਾ। ਹਰ ਕੁਐਸਚਨ ਦੀ ਡਿਮਾਂਡ ਇੱਕ ਅਲੱਗ ਹੈ। ਉਸ ਕੁਐਸਚਨ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਤੁਸੀਂ ਤੁਹਾਡੀ ਨੌਲੇਜ ਨੂੰ ਦੇਖਣਾ ਪਊ ਕਿੰਨਾ ਆਉਂਦਾ ਤੇ ਉਸ ਦੇ ਮੁਤਾਬਿਕ ਹੀ ਤੁਹਾਡਾ ਆਨਸਰ ਲਿਖਿਆ ਜਾਊਗਾ ਉਸ ਨੂੰ। ਤੇ ਕੋਸ਼ਿਸ਼ ਕਰਿਓ ਜਦੋਂ ਕਮੈਂਟ ਵਾਲਾ ਕੁਐਸਚਨ ਲਿਖਿਆ ਉਹਦਾ ਵੇ ਫਾਰਵਰਡ ਇੱਕ ਸੋਲੂਸ਼ਨ ਵੀ ਪ੍ਰੋਵਾਈਡ ਕਰੋ। ਥਰਡ ਪਾਰਟ ਆ ਜਾਂਦਾ ਐਨਾਲਾਈਜ਼ ਜਾਂ ਕ੍ਰਿਟੀਕਲੀ ਐਨਾਲਾਈਜ਼। ਅੱਜ ਕੱਲ੍ਹ ਕਾਫੀ ਕੁਐਸਚਨ ਇਸ ਦੇ ਮੁਤਾਬਿਕ ਆ ਰਹੇ ਨੇ। ਐਨਾਲਾਈਜ਼ ਸ਼ਬਦ ਦਾ ਮਤਲਬ ਹੈ ਕੰਪੇਅਰ। ਕੰਪੇਅਰ ਆਪਾਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਕਿਸੇ ਚੀਜ਼ ਬਾਰੇ ਸਾਨੂੰ ਪੋਜ਼ਿਟਿਵ ਪਤਾ ਹੈ ਤੇ ਕਿਸੇ ਚੀਜ਼ ਬਾਰੇ ਸਾਨੂੰ ਨੈਗੇਟਿਵ ਪਤਾ ਹੈ। ਹੁਣ ਵਾਪਸ ਆ ਜਾਓ ਕਮੈਂਟ ਵਾਲੇ ਸੈਕਸ਼ਨ। ਜਦੋਂ ਕਮੈਂਟ ਵਾਲੇ ਕੁਐਸਚਨ ਦੀ ਇੰਟਰੋਡਕਸ਼ਨ ਦੇ ਵਿੱਚ ਐਗਜ਼ਾਮਪਲ ਜੁੜ ਗਿਆ ਉਹੀ ਤੁਹਾਡੀ ਇੰਟਰੋਡਕਸ਼ਨ ਐਨਾਲਾਈਜ਼ ਵਾਲੇ ਦੀ ਹੋਗੀ। ਫॉर एग्जांपल ਮਨਰੇਗਾ ਦੀ ਗੱਲ ਕਰੇ, ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜਿਹੜਾ ਲੋਕਾਂ ਦੀ ਜ਼ਿੰਦਗੀ 'ਚ ਫੰਡਾਮੈਂਟਲ ਟਰਾਂਸਫਾਰਮੇਸ਼ਨ ਲੈ ਕੇ ਆਇਆ ਤੇ ਇੱਕ ਨੈਸ਼ਨਲ ਐਸੈਟ ਵੀ ਕ੍ਰੀਏਟ ਕੀਤਾ। ਫॉर एग्जांपल ਇੰਟਰੋਡਕਸ਼ਨ 'ਚ ਲਿਖਣਾ ਹੈ। ਫॉर एग्जांपल ਸੁੰਦਰਬੰਸ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ, ਪਰ ਕਈ ਸਟੇਟ ਦੇ ਵਿੱਚ ਇੱਕ ਫੇਲੀਅਰ ਵੀ ਰਹਾ ਤੇ ਐਗਜ਼ਾਮੀਨਰ ਨੂੰ ਪਤਾ ਲੱਗ ਜੂਗਾ ਤੁਸੀਂ ਆਉਣ ਵਾਲੇ ਬੋਡੀ ਪਾਰਟ ਦੇ ਵਿੱਚ ਕੀ ਲਿਖਣ ਵਾਲੇ ਆ। ਇੱਕ ਛੋਟਾ ਜਿਹਾ ਚੇਂਜ ਲਿਆਇਓ, ਹਰ ਪੇਪਰ ਦੇ ਵਿੱਚ ਘੱਟੋ ਘੱਟ 15 ਤੋਂ 20 ਨੰਬਰ ਤੁਹਾਡੇ ਵੱਧ ਜਾਣਗੇ। ਜਦੋਂ ਐਸੇ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਫਿਲੋਸਫੀਕਲ ਐਸੇ ਦਾ ਟ੍ਰੈਂਡ ਬਣ ਚੁੱਕਿਆ, ਲੇਕਿਨ ਜਦੋਂ ਆਪਾਂ ਐਸੇ ਦੀ ਡਾਇਮੈਂਸ਼ਨ ਦੇਖਦੇ ਹਾਂ ਆਪਣੇ ਦਿਮਾਗ ਦੇ ਵਿੱਚ ਕੀ ਆਉਂਦਾ? ਸੋਸ਼ਲ, ਇਕਨੋਮਿਕ, ਪੋਲੀਟੀਕਲ, ਰਿਲੀਜੀਅਸ, ਕਲਚਰਲ, ਖਤਮ। ਚਾਹੇ ਵਿਮਨ ਦਾ ਐਸੇ ਹੋਵੇ, ਚਾਹੇ ਸਾਇੰਸ ਐਂਡ ਟੈਕਨੋਲੋਜੀ ਦਾ ਐਸੇ ਹੋਵੇ, ਚਾਹੇ ਐਸੇ ਹੋਵੇ ਫਿਲੋਸਫੀਕਲ ਐਸੇ, ਆਪਣੇ 5 ਤੋਂ 6 ਡਾਇਮੈਂਸ਼ਨ ਆਪਣੇ ਦਿਮਾਗ ਦੇ ਵਿੱਚ ਤੋਂ ਇਸ ਤੋਂ ਬਾਹਰ ਨਹੀਂ ਆਉਂਦੇ। ਯਾਰ ਸਭ ਤੋਂ ਸੌਖਾ ਗੱਲ ਹੈ ਨਾ, UPSC ਨੇ ਸਿਲੇਬਸ ਆਪਾਂ ਨੂੰ ਦਿੱਤਾ ਹੋਇਆ ਹੈ। ਜੇ ਕੁਛ ਵੀ ਨਹੀਂ ਆਉਂਦਾ ਕੋਈ ਵੀ ਐਸੇ ਚੱਕ ਲਓ, ਚਾਹੇ ਵਿਮਨ ਚੱਕ ਲਓ, ਚਾਹੇ ਸਾਇੰਸ ਐਂਡ ਟੈਕਨੋਲੋਜੀ ਚੱਕ ਲਓ, ਚਾਹੇ ਫਿਲੋਸਫੀਕਲ ਚੱਕ ਲਓ। ਯਾਰ ਕੋਈ ਤਾਂ ਹਿਸਟਰੀ ਹੋਊਗੀ, ਕੋਈ ਤਾਂ ਜੋਗਰਾਫੀ ਹੋਊਗੀ, ਕੋਈ ਤਾਂ ਸੋਸ਼ਲ ਇੰਪੈਕਟ ਹੋਊਗਾ, ਕੋਈ ਤਾਂ ਪੋਲਿਟੀ ਹੋਊਗੀ, ਕੋਈ ਤਾਂ ਗਵਰਨੈਂਸ ਹੋਊਗਾ। ਯਾਰ ਪੇਪਰ 1 2 3 4 ਦਾ ਪੂਰੇ ਦਾ ਪੂਰਾ ਸਿਲੇਬਸ ਦਾ ਜਿੰਨਾ ਤੁਹਾਨੂੰ ਆਉਂਦਾ ਹੈ ਉਸ ਐਸੇ ਦੇ ਵਿੱਚ ਪਾ ਦਿਓ ਤੇ ਕੋਸ਼ਿਸ਼ ਕਰਿਓ ਜੋ ਐਸੇ ਦਾ ਟੌਪਿਕ ਹੈ ਉਸ ਨੂੰ ਹਰ ਪੈਰਾਗ੍ਰਾਫ ਦੇ ਵਿੱਚ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕਰੋ। ਹਰ ਪੈਰਾਗ੍ਰਾਫ ਦੇ ਵਿੱਚ ਐਗਜ਼ਾਮੀਨਰ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਤੁਸੀਂ ਟੌਪਿਕ ਦੇ ਬਿਲਕੁਲ ਬਹੁਤ ਹੀ ਨੇੜੇ ਹੋ। ਇੱਕ ਛੋਟਾ ਜਿਹਾ ਟਿਪਸ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰ ਸਕਦਾ ਹੈ। ਬਹੁਤ ਸਾਰੇ ਸਟੂਡੈਂਟਸ ਹੈ, ਲਾਸਟ ਈਅਰ ਇੱਕ ਲੜਕੀ ਦਾ ਰੈਂਕ ਆਇਆ, ਰੈਂਕ 25 ਸ਼ਰੂਤੀ। she and her father came for guidance ਤੇ ਬਾਅਦ ਤੋਂ ਜਦ ਸਿਲੈਕਸ਼ਨ ਵੀ ਹੋ ਗਈ ਸਪੈਸ਼ਲੀ ਆਏ ਇਹ ਕਹਿਣ ਲਈ ਕਿ ਇੱਕ ਸਮਾਲ ਟਿਪਸ ਦੇ ਨਾਲ ਹੀ ਬੱਚੀ ਨੇ ਮਿਹਨਤ ਕੀਤੀ ਹੋਈ ਸੀ, ਉਸ ਨੂੰ ਰੰਗ ਲੈ ਕੇ ਆਇਆ ਤੇ ਰੈਂਕ ਕਿੰਨਾ ਹੈ? ਰੈਂਕ 25। ਤੁਸੀਂ ਵੀ ਆਪਦਾ ਐਗਜ਼ਾਮ ਦੇ ਵਿੱਚ ਰੈਂਕ ਬਹੁਤ ਵਧੀਆ ਲਿਆ ਸਕਦੇ ਹੋ ਇੱਕ ਸ਼ਾਰਟ ਟਿਪਸ ਦੇ ਨਾਲ। ਆਪਣੇ ਆਨਸਰ ਰਾਈਟਿੰਗ ਦੇ ਟਿਪਸ ਦੇ ਨਾਲ ਆਨਸਰ ਰਾਈਟਿੰਗ ਕਿਸ ਤਰੀਕੇ ਨਾਲ ਲਿਖਣੀ ਹੈ ਇੱਕ ਥੋੜ੍ਹਾ ਜਿਹਾ ਚੇਂਜ ਲੈ ਕੇ, ਲੇਕਿਨ ਅੱਧਾ ਨੰਬਰ ਜੇ ਹਰ ਪੇਪਰ ਦੇ ਵਿੱਚ ਵੱਧ ਗਿਆ ਤਾਂ ਇੱਕ ਪੇਪਰ 'ਚ 10 ਨੰਬਰ ਵੱਧ ਜਾਣਗੇ। ਜੇ 10 ਨੰਬਰ ਵੱਧ ਗਏ ਤਾਂ 40 ਨੰਬਰ ਪੇਪਰ 1 2 3 ਦੇ 4 ਵਿੱਚ ਵੱਧ ਗਏ ਤੇ ਜੇ ਐਸੇ ਦੇ ਵਿੱਚ ਵੀ 15 20 ਨੰਬਰ ਵੱਧ ਗਏ ਤਾਂ ਓਵਰਆਲ 70 80 90 ਨੰਬਰ ਵੱਧ ਜਾਣਗੇ। ਤੁਸੀਂ ਹੋ ਸਕਦਾ ਲਿਸਟ ਦੇ ਵਿੱਚ ਨਾ ਹੋ
ਤੇ ਇਧਰ ਹੋ ਸਕਦਾ ਤੁਸੀਂ ਟੌਪ ਵੀ ਕੀਤੇ ਹੋ ਸਕਦੇ ਹੋ। ਮੈਂ ਜੋਸ਼ ਟਾਕ ਪਲੇਟਫਾਰਮ ਦਾ ਦਿਲੋਂ ਧੰਨਵਾਦ ਕਰਦਾ ਹਾਂ ਤਾਂ ਕਿ ਬੱਚਿਆਂ ਦੇ ਨਾਲ ਇੰਟਰੈਕਟ ਕਰਨ ਦਾ ਮੌਕਾ ਦਿੱਤਾ ਤੇ ਜੋ ਛੋਟੇ-ਛੋਟੇ ਆਨਸਰ ਰਾਈਟਿੰਗ ਦੇ ਗੁਰ ਹਨ ਉਹ ਸ਼ੇਅਰ ਕਰਨ ਦਾ ਮੌਕਾ ਵੀ ਦਿੱਤਾ ਤੇ ਨਾਲ ਹੀ ਨਾਲ ਮੈਂ ਜੋਸ਼ ਟਾਕ ਦਾ ਧੰਨਵਾਦ ਕਰਦਾ ਹਾਂ ਕਿ ਲਛਮਣ ਸਿੰਘ ਮਲੂਕਾ ਨੂੰ ਇਹਨਾਂ ਨੇ ਮਾਣ ਬਖਸ਼ਿਆ ਕਿ ਪਹਿਲਾ ਜੋਸ਼ ਸੇਵਾ ਮੈਡਲ ਦੇ ਨਾਲ ਨਵਾਜ਼ਿਆ ਗਿਆ ਤਾਂ ਕਿ ਇੱਕ ਮੁਹਿੰਮ ਨੂੰ ਤਾਂ ਕਿ ਵੱਧ ਤੋਂ ਵੱਧ ਪੰਜਾਬ ਦੇ ਬੱਚੇ ਕਿਵੇਂ IAS ਕਲੀਅਰ ਕਰ ਸਕਣ, ਇਸ ਮੁਹਿੰਮ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾ ਸਕਦਾ ਹੈ। ਜੋਸ਼ ਪਲੇਟਫਾਰਮ ਦਾ ਬਹੁਤ-ਬਹੁਤ ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।